ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਨੂੰ ਸੁਣਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਨਾ ਤਾਂ ਕਦੇ ਛੱਡਦਾ, ਨਾ ਕਦੇ ਤਿਆਗਦਾ, ਹਮੇਸ਼ਾ ਸਾਡੇ ਨਾਲ ਵਫਾਦਾਰ ਹੈ। ਨਿਤ ਪ੍ਰਤੀ ਦਿਨ ਆਪਣੇ ਵਚਨ ਦੀਆਂ ਸਿੱਖਿਆ ਦੇ ਕੇ ਸਾਨੂੰ ਆਪਣੇ ਰਾਜ ਦੇ ਵਿੱਚ ਪਵਿੱਤਰਤਾ ਦੇ ਨਾਲ ਚਲਾਉਂਦਾ ਹੈ। ਅੱਜ ਅਸੀਂ ਜਦੋਂ ਤੇਰੇ ਵਚਨ ਦਾ ਮਨਨ ਕਰਨ ਜਾ ਰਹੇ ਹਾਂ ਤਾਂ ਇਸ ਦੇ ਵਿੱਚ ਤੇਰੀ ਪਵਿੱਤਰਤਾ ਸਾਡੇ ਵਿੱਚ ਕਾਰਜ ਕਰੇ। ਉਸ ਪਵਿੱਤਰਤਾ ਦੇ ਨਾਲ ਅਸੀਂ ਤੇਰੇ ਰਾਜ ਵਿੱਚ ਤੇਰੀ ਜਿਉਂਦੀ ਆਸ ਦੇ ਨਾਲ ਵਧਦੇ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਸੁਣਨ ਵਾਲੇ ਅਤੇ ਬੋਲਣ ਵਾਲਿਆਂ ਨੂੰ ਆਪਣੀ ਤਾਕਤ ਦੇ, ਸਮਝ ਦੇ, ਵੱਧ ਦੇ, ਤਾਂ ਕਿ ਪਰਮੇਸ਼ਰ ਪਿਤਾ ਅਸੀਂ ਤੇਰੇ ਭੇਤਾਂ ਨੂੰ ਸਮਝਦੇ ਹੋਏ, ਤੇਰੀ ਵਡਿਆਈ ਕਰਦੇ ਹੋਏ ਤੇਰੇ ਵਿੱਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਹੈ ਉਹ ਇਸ ਗੱਲ ਨੂੰ ਪ੍ਰਗਟ ਕਰਦਾ ਹੈ, ਪ੍ਰਭੂ ਯਿਸੂ ਮਸੀਹ ਪਾਪੀਆਂ ਉੱਤੇ ਦਇਆ ਕਰਨ ਵਾਲਾ। ਪ੍ਰਭੂ ਯਿਸੂ ਮਸੀਹ ਪਾਪੀਆਂ ਉੱਤੇ ਦਇਆ ਕਰਨ ਵਾਲਾ। ਇਹ ਖੰਡ ਮੈਂ ਜੋ ਲਿਆ ਹੈ, ਇਹ ਲਿਆ ਹੈ ਯਹੋਨਾ ਦੀ ਅੰਜੀਲ, ਉਸ ਦਾ 8 ਅਧਿਆਏ 1 ਤੋਂ ਲੈ ਕੇ 11 ਆਇਤਾਂ ਤੱਕ ਦਾ। ਇਹ ਜੋ ਖੰਡ ਹੈ ਇਹ ਜਾਣਿਆ ਪਛਾਣਿਆ ਖੰਡ ਹੈ। ਬਹੁਤ ਜ਼ਿਆਦਾ ਔਰ ਕਈ ਵਾਰ ਪੜ੍ਹਿਆ ਅਤੇ ਸੁਣਿਆ ਅਤੇ ਇਸ ਦੇ ਉੱਤੇ ਪ੍ਰਕਾਸ਼ ਕਰਨ ਵਾਲਾ ਹੈ। ਅੱਜ ਦੁਨੀਆ ਦੇ ਵਿੱਚ ਕਿਤੇ ਵੀ ਚਲੇ ਜਾਓ, ਕਿਸੇ ਵੀ ਜਗ੍ਹਾ ਦੇ ਉੱਤੇ ਪਹੁੰਚ ਜਾਓ, ਅਗਰ ਕੋਈ ਗੁਨਾਹ ਕਰਦਾ ਹੈ ਜਾਂ ਕੋਈ ਗਲਤ ਕੰਮ ਕਰਦਾ ਹੈ ਤਾਂ ਲੋਕ ਉਸ ਨੂੰ ਸਜ਼ਾ ਦੇਣ ਦੇ ਲਈ ਤਤਪਰ ਰਹਿੰਦੇ ਨੇ ਅਤੇ ਉਹਨਾਂ ਦੇ ਉੱਤੇ ਸਜ਼ਾ ਦੀ ਆਵਾਜ਼ ਉਠਾਉਣ ਦੇ ਲਈ ਹਮੇਸ਼ਾ ਇੱਕ ਮਨ ਇੱਕ ਚਿੱਤ ਹੋ ਜਾਂਦੇ ਨੇ। ਔਰ ਇਹ ਖੰਡ ਜਿਹੜਾ ਹੈ, ਇਸ ਦਾ ਜੋ ਮੈਂ ਦੂਸਰਾ ਆਪਣਾ ਪਹਿਲੂ ਵੀ ਦੇਖਦਾ ਹਾਂ ਤਾਂ ਉਹ ਦੇਖਦਾ ਹਾਂ ਦੁਰਾਵਿਆਥਾ ਵਿੱਚ ਦਇਆ, ਮਤਲਬ ਦੁਰਵਿਵਸਥਾ ਦੇ ਵਿੱਚ ਦਇਆ। ਔਰ ਇਹ ਦਇਆ ਪਰਮੇਸ਼ਰ ਹੀ ਮਨੁੱਖਾਂ ਦੇ ਉੱਤੇ ਪ੍ਰਗਟ ਕਰ ਸਕਦਾ, ਮਨੁੱਖ ਨਹੀਂ ਕਰ ਸਕਦੇ। ਅੱਜ ਮੈਂ ਜਦੋਂ ਸਵੇਰੇ ਆਪਣੇ ਵਚਨ ਦਾ ਮਨਨ ਕਰ ਰਿਹਾ ਸੀ ਤਾਂ ਮੇਰੇ ਕੋਲ ਕੁਝ ਭਰਾ ਆਏ। ਉਹਨਾਂ ਨੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਉਹਨਾਂ ਨੇ ਸਵਾਲ ਹੱਤਿਆ ਅਤੇ ਆਤਮ ਹੱਤਿਆ ਦੇ ਉੱਤੇ ਗੱਲ ਕੀਤੀ ਹੈ। ਔਰ ਹੱਤਿਆ ਬਾਣੀ ਦੇ ਵਿੱਚ ਜਦੋਂ ਅਸੀਂ ਵਿਵਸਥਾ ਸਾਰ ਦੀ ਪੁਸਤਕ ਔਰ ਕੂਚ ਦੀ ਪੁਸਤਕ ਨੂੰ ਪੜ੍ਹਦੇ ਹਾਂ ਤਾਂ 6ਵੀਂ ਇਹ ਪਰਮੇਸ਼ਰ ਦੀ ਆਗਿਆ ਦਾ ਹੁਕਮ ਹੈ ਕਿ ਤੂੰ ਹੱਤਿਆ ਨਾ ਕਰੀਂ, ਜਨਾਹ ਨਾ ਕਰੀਂ। ਦੋ ਚੀਜ਼ਾਂ ਉੱਥੇ ਇਕੱਠੀਆਂ ਹੁੰਦੀਆਂ ਨੇ। ਔਰ ਇਹ ਗੱਲਾਂ ਨੂੰ ਮੈਂ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਹੋਇਆ ਮੈਂ ਇਸ ਗੱਲ ਨੂੰ ਕਿਹਾ ਕਿ ਹੱਤਿਆ ਵੀ ਕਈ ਪ੍ਰਕਾਰ ਦੀ ਹੈ, ਪਰ ਸਭ ਤੋਂ ਘਿਰਣਿਤ ਹੱਤਿਆ ਉਹ ਹੈ ਜਿਸ ਨੂੰ ਅਸੀਂ ਜਾਣਦੇ ਹੋਏ ਵੀ ਕਰਦੇ ਹਾਂ, ਜਾਣਦੇ ਹੋਏ ਵੀ ਕਰਦੇ ਹਾਂ। ਉਹ ਕਿਹੜੀ ਹੱਤਿਆ? ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ, ਅੱਜ ਕੱਲ੍ਹ ਆਪਣੇ ਕੁੱਲ ਨੂੰ ਡਿਵੈਲਪ ਕਰਨ ਦੇ ਲਈ, ਆਪਣੀ ਕੁੱਲ ਦੀ ਸ਼ਾਖ ਨੂੰ ਬਚਾਉਣ ਦੇ ਲਈ ਲੋਕ ਕੁੱਖ ਦੇ ਵਿੱਚ ਹੀ ਭਰੂਣ ਹੱਤਿਆ ਕਰ ਦਿੰਦੇ ਨੇ, ਜੋ ਕਿ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਇੱਕ ਬਹੁਤ ਹੀ ਘਿਰਣਿਤ ਪਾਪ ਮੰਨਿਆ ਗਿਆ। ਔਰ ਉਸ ਦੇ ਵਿੱਚ ਸ਼ਾਮਿਲ ਹੋਣ ਵਾਲੇ, ਉਸ ਦੇ ਵਿੱਚ ਸਲਾਹ ਦੇਣ ਵਾਲੇ ਔਰ ਉਸ ਦੇ ਵਿੱਚ ਜਾਣਨ ਵਾਲੇ ਓਨੇ ਹੀ ਗੁਨਾਹਗਾਰ ਹੈ ਜਿਨ੍ਹੇ ਇਹ ਪਾਪ ਕੀਤਾ ਹੈ। ਇਸ ਖੰਡ ਨੂੰ ਜਦੋਂ ਮੈਂ ਪੜ੍ਹ ਰਿਹਾ ਸਾਂ ਤਾਂ ਇਹ ਗੱਲ ਦੀ
मेरे उत्ते बहुत ज़्यादा असर प्रगट होया। और अजिहा काम करने वाले ना समझ सेवक भी है, अजिहा काम करने वाले ना समझ एल्डर भी है, अजिहा काम करने वाले विश्वासी भी है। प्यारो, असी इत्थे छुपा सकते हैं, इत्थे कर सकते हैं, पर ओदी कचहरी दे विच जिथे न्याय होना है उत्थे वच नहीं सकते। इत्थे भी कुछ अजिहे न्याय की गल असी वेखांगे। इत्थे असी देखते हाँ प्रभु यसु मसीह परमेश्वर की भगती करदा होया आउंदा है। अगर असी इसनूं पढ़ीए तां 7 अध्याय की 53 आयत दे विच असी वेखदे हां अते सब कोई जदों अपने घर चले गए तद 8 आयत दे विच दसदा है कि वह जैतून पहाड़ विच गया और यसू जैतून पहाड़ दे दूसरे दिन सवेरे मंदिर विच आया तो फरीसी अते शास्त्री इस टाक विच सी कि असी उस दे उत्ते दोष लाइए। और इस तो पहला ही प्रभु यसु मसीह ने मती रची सुसमाचार दे विच इस दा प्रत्युत्तर दे दिता सीगा। जदों 7 अध्याय दी 1 आयत पढ़दे कहंदा दोष ना लाओ तां तुहाडे उत्ते दोष ना लाया जाए। वो इस गल दी टाक दे विच सी कि असी यसु मसीह दे उत्ते दोष लाइए अते उस दा जो उस समय दे लोकां दे विच उस दा नाम प्रचलित हो रहा सी अते उस दे नाम दी महिमा हो रही सी अते उस दे नाम नूं जो आदर मिल रहा सी असी उस दे उत्ते दोष ला के खत्म कर दईए। अज बहुत सारे लोग अजिहे ने ਜਿਹੜੇ सेवक ਅਤੇ सेवकां ਦੇ परिवार च या विश्वासी या विश्वासियां ਦੇ परिवार ਦੇ ਵਿੱਚ ਅਜਿਹਾ ਦੋਸ਼ ਲਾ ਕੇ ਉਹਨਾਂ ਦੀ ਜੋ ਕਲੀਸਿਆ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਉਹਨਾਂ ਦੇ ਆਪਣੇ ਲੋਕਾਂ ਦੇ ਵਿੱਚ ਜੋ ਆਦਰ ਸਮਾਨ ਆ ਉਸ ਨੂੰ ਅਸੀਂ ਖਤਮ ਕਰ ਦਈਏ ਤਾਂ ਕਿ ਸਾਡਾ ਆਪਣਾ ਨਾਮ ਹੋ ਜਾਏ। ਉਹ ਸੱਚ ਨੂੰ नहीं भालते है पर सच दे विच दोष लाण दी कोशिश दे विच रहिंदे हैं। अजिहा कुछ खंड इत्थे देखण नूं मिल रहा है अते वो ये गल कर रहे सी कि असीं उहनूं बदनाम करिए, बदनाम करके उस दे उस स्तर तों जिथे वो बैठा है उसनूं थल्ले ला दईए। असी देखते हाँ कि यसू दे समय जद भी कोई समस्या आउंदी सी तां लोग रब्बी लोकां कोल जांदे सी ताकि उसका सलूशन मिल सके। और इत्थे वो सलूशन दे लई नहीं आए आ, हल कराउण दे लई नहीं आए आ, दोष लाण दे लई आए आ। दोष ਜਿਹੜਾ इस युग का ईश्वर है ਉਹਦਾ ਇੱਕੋ ਹੀ ਕੰਮ है इस दुनिया ਦੇ ਵਿੱਚ प्रभु ਦੇ ਲੋਕਾਂ ਦੇ ਉੱਤੇ ਊਜ ਲਾਣਾ ਅਤੇ ਊਜ ਦੇ ਲਈ ਅਵਸਰ ਭਾਲਦੇ ਰਹਿਣਾ। ਇਸ ਕਰਕੇ ਕੁਰਾਂਥੀਆਂ ਦੇ ਵਿੱਚ ਪੌਲਸ ਰਸੂਲ ਨੇ ਕਿਹਾ ਕਿ ਤੁਸੀਂ ਸ਼ੈਤਾਨ ਦੀਆਂ ਯੁਕਤੀਆਂ ਤੋਂ ਅਣਜਾਣ ਨਹੀਂ। ਸਾਨੂੰ ਪਤਾ ਹੈ, ਪਤਾ ਹੁੰਦੇ ਹੋਏ ਵੀ ਜੇ ਅਸੀਂ ਗਲਤੀ ਕਰੀਏ, पता हुंदे होए भी जे असी गलती करिए यू आर द सिनर, फिर पापी। सानू पता है काम करना गलत है पर फिर भी कर रहे हैं और फिर भी असी उसका साथ दे रहे हैं तां असी सब दोष दे आदि। प्यारो, इत्थे मैं दूसरी गल देख रहा कि जो औरत वो लैके आए सी न्याय दे लई, समस्या दे लई, प्रभु नूं फसाउण दे लई, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਯਹੂਦੀ ਲੋਕਾਂ ਦੀ ਇੱਕ ਸੋਚ ਸੀ। ਉਹ ਸੋਚ ਕੀ ਸੀ ਕਿ ਜੋ ਕੋਈ ਮੂਰਤੀ ਪੂਜਾ ਕਰਦਾ ਸੀ
ਜੋ ਕੋਈ ਵਿਚਾਰ ਕਰਦਾ ਸੀ ਜਾਂ ਕੋਈ ਕਿਸੇ ਦੇ ਉੱਤੇ ਗਲਤ ਨਾਲਿਸ਼ ਕਰਦਾ ਸੀ ਤਾਂ ਯਹੂਦੀ ਵਿਵਸਥਾ ਦੇ ਅਨੁਸਾਰ ਉਸ ਨੂੰ ਮਾਰ ਦੇਣ ਦਾ ਹੁਕਮ ਸੀ, ਉਸ ਨੂੰ ਸਜ਼ਾ ਦੇਣ ਦਾ ਹੁਕਮ ਸੀ। ਉਸ ਦੀ ਸਜ਼ਾ ਮੌਤ ਸੀ। ਵਿਵਸਥਾ ਸਾਰ ਦੀ ਲੇਵੀਆਂ ਦੀ ਪੁਸਤਕ 20 ਅਧਿਆਏ ਉਸ ਦੀ ਅਸੀਂ 10 ਆਇਤ ਦੇ ਵਿੱਚ ਪੜ੍ਹ ਸਕਦੇ ਹਾਂ। ਬੜਾ ਸਪਸ਼ਟ ਕਰਕੇ ਲਿਖਿਆ ਹੈ। ਇਸ ਕਰਕੇ ਯਹੂਦੀ ਅਤੇ ਫਰੀਸੀ ਇਸ ਤਾਕ ਦੇ ਵਿੱਚ ਹਮੇਸ਼ਾ ਰਹਿੰਦੇ ਸੀ। ਫਿਰ ਜੇ ਕੋਈ ਪਰਾਈ ਇਸਤਰੀ ਦੇ ਨਾਲ ਗੁਨਾਹ ਕਰੇ ਜਾਂ ਜਿਸ ਨੇ ਕਿਸੇ ਦੂਸਰੇ ਨਾਲ ਵਿਵਚਾਰ ਜਾਂ ਜਨਾਹ ਕੀਤਾ ਹੋਵੇ ਤਾਂ ਉਸ ਦੇ ਲਈ ਵੀ ਵਿਵਸਥਾ ਸਾਰ ਦੇ ਵਿੱਚ ਸਜ਼ਾ ਦੇ ਬਾਰੇ ਲਿਖਿਆ। ਵਿਵਸਥਾ ਸਾਰ ਉਸ ਦਾ 22 ਅਧਿਆਇ ਉਸ ਦੀ 23 ਤੋਂ 24 ਵਿੱਚ ਦੰਡ ਦਾ ਨਿਰਦੇਸ਼ ਦਿੱਤਾ ਗਿਆ। ਇਹ ਮੈਂ ਆਪ ਨੂੰ ਕੁਝ ਵਿਵਸਥਾ ਦੀਆਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਸਾਨੂੰ ਨਹੀਂ ਪਤਾ ਉਹਨਾਂ ਦੇ ਬਾਰੇ ਇਸ ਜਗ੍ਹਾ ਦੇ ਉੱਤੇ ਜੋ ਲਿਖਿਆ ਹੋਇਆ ਹੈ ਉਸ ਦਾ ਸਾਨੂੰ ਪੜਾ ਮਿਲਦਾ ਹੈ। ਪਰ ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਅਜਿਹੀਆਂ ਗਲਤੀਆਂ ਦੇ ਵਿੱਚ ਜਾਈਏ ਜਾਂ ਆਪਣੇ ਆਪ ਨੂੰ ਉਸ ਦੇ ਵਿੱਚ ਲਿਪਤ ਕਰਕੇ ਵਿਨਾਸ਼ ਦੇ ਉਸ ਨਿਆਂ ਦੇ ਡੰਡ ਵਿੱਚ ਚਲੇ ਜਾਈਏ ਜੋ ਆਉਣ ਵਾਲਾ ਹੈ, ਭਿਆਨਕ ਅੱਗ, ਬਲਦੀ ਹੋਈ ਅੱਗ। ਪਰ ਦੂਸਰੀ ਗੱਲ ਅਸੀਂ ਇੱਥੇ ਇਹ ਵੀ ਦੇਖਦੇ ਹਾਂ ਕਿ ਜੇ ਕੋਈ ਕਿਸੇ ਤਰੀਕੇ ਨਾਲ ਗਲਤੀ ਕਰਦਾ ਸੀ, ਮਤਲਬ ਕਿ ਜੋ ਅਸੀਂ ਵਿਵਸਥਾ ਦੇ ਅਨੁਸਾਰ ਦੇਖਦੇ ਹਾਂ, ਤਾਂ ਉਸ ਦੇ ਬਾਰੇ ਜੋ ਮਿਸ਼ਨਰੀ ਲੋਕ ਸੀ, ਜੋ ਉਸ ਸਮੇਂ ਦੇ ਲੋਕ ਸੀ, ਅਗਰ ਗਲਤੀ ਕਰਦਾ ਤਾਂ ਉਹਨਾਂ ਨੂੰ ਪੱਥਰਾਂ ਦੇ ਨਾਲ ਮਾਰ ਦੇਣ ਦੀ ਇਜਾਜ਼ਤ ਸੀ। ਔਰ ਯਿਸੂ ਮਸੀਹ ਕੋਲ ਇਹ ਇੱਕ ਮੁਕੱਦਮਾ ਆ ਚੁੱਕਾ ਸੀ ਔਰ ਉਹ ਲੋਕ ਦੋਸ਼ ਦੀ ਭਾਵਨਾ ਦੇ ਨਾਲ ਉਸ ਕੋਲ ਲੈ ਕੇ ਆਏ ਸੀ, ਕਿਉਂਕਿ ਉਸ ਦੀ ਪਪੂਲੈਰਿਟੀ, ਉਸ ਦੀ ਮਹਿਮਾ ਦਾ ਕੰਮ, ਉਸ ਦੀ ਮਹਿਮਾ ਦੀਆਂ ਗੱਲਾਂ ਫੈਲ ਚੁੱਕੀਆਂ ਸੀ, ਜਿਸ ਕਰਕੇ ਲੋਕ ਉਸ ਨੂੰ ਨਾਸ਼ ਕਰ ਦੇਣਾ ਚਾਹੁੰਦੇ ਸੀ। ਅੱਜ ਵੀ ਕੁਛ ਇਸ ਤਰ੍ਹਾਂ ਹੈ। ਜੇ ਕੋਈ ਪਪੂਲਰ ਹੁੰਦਾ ਹੈ ਜਾਂ ਜੇ ਕਿਸੇ ਦਾ ਕੰਮ ਵੱਧਦਾ ਹੈ ਤਾਂ ਲੋਕ ਉਸ ਨੂੰ ਸੋਚਦੇ ਆ ਕਿ ਕਿੱਦਾਂ ਇਹਨੂੰ ਥੱਲੇ ਲਾਈਏ, ਔਰ ਉਸ ਦੇ ਵਿੱਚ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਆ ਜਿਸ ਦੇ ਨਾਲ ਉਸ ਰਾਜ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਆ। ਉਸ ਕੰਮ ਦੇ ਵਿੱਚ ਭਰਾਵਾਂ ਦੇ ਵਿੱਚ ਫੁੱਟ ਪੈਂਦੀ ਆ ਗਲਤ ਕੰਮ ਦੇ ਨਾਲ, ਗਲਤ ਦਿਸ਼ਾ ਦੇ ਨਾਲ। ਔਰ ਇੱਥੇ ਪ੍ਰਭੂ ਯਿਸੂ ਮਸੀਹ ਨੇ ਬੜੀ ਸੂਝਵਾਨੀ ਦੇ ਨਾਲ ਇਸ ਜਗ੍ਹਾ ਦੇ ਉੱਤੇ ਕੰਮ ਕੀਤਾ ਹੈ। ਮੈਂ ਜਦੋਂ ਉਹ ਬਾਰ-ਬਾਰ ਪੁੱਛ ਰਹੇ ਸੀ, ਉਹਨਾਂ ਨੇ ਕਿਹਾ ਕਿ ਅਜਿਹੀਆਂ ਨੂੰ ਪਥਰਾਵ ਕਰਕੇ ਮਾਰ ਦਿੱਤਾ ਜਾਵੇ 8:5 ਦੇ ਵਿੱਚ, ਇਸ ਲਈ ਤੂੰ ਇਸ ਇਸਤਰੀ ਬਾਰੇ ਕੀ ਕਹਿੰਦਾ ਹੈ? ਪਰ ਇਹ ਗੱਲ ਸੁਣ ਕੇ ਉਹ ਝੁਕ ਕੇ ਉਂਗਲੀ ਨਾਲ ਲਿਖਣ ਲੱਗਾ। ਮੈਂ ਇਸ ਦੇ ਬਹੁਤ ਸਾਰੇ ਕੰਮ ਨੇ ਜਿਹੜੇ ਅਸੀਂ ਸੋਚਦੇ ਆ। ਕਈ ਲੋਕ ਇਸ ਗੱਲ ਦੇ ਵਿੱਚ ਫਟਾਫਟ ਜਵਾਬ ਦੇ ਦਿੰਦੇ, ਲਓ ਜੀ ਆ, ਤੇ ਬਾਅਦ ਦੇ ਵਿੱਚ ਉਹ ਕਹਿੰਦੇ ਇਹ ਤਾਂ ਗਲਤ ਹੋ ਗਿਆ, ਇਹ ਇੱਦਾਂ ਨਹੀਂ ਹੋਣਾ ਚਾਹੀਦਾ। ਮੈਂ ਪੜ੍ਹਦਾ ਆ ਯਾਕੂਬ ਦੀ ਪੁਸਤਕ, ਜਦੋਂ 1 ਅਧਿਆਇ ਉਸ ਦੀ 19 ਆਇਤ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ, ਆਦਮੀ ਬੋਲਣ ਵਿੱਚ ਧੀਰਾ ਹੋਣਾ ਚਾਹੀਦਾ, ਸੁਣਨ ਦੇ ਵਿੱਚ ਕਾਲਾ ਹੋਣਾ ਚਾਹੀਦਾ, ਕ੍ਰੋਧ ਦੇ ਵਿੱਚ ਧੀਰਾ ਹੋਣਾ ਚਾਹੀਦਾ। ਪ੍ਰਭੂ ਯਿਸੂ ਮਸੀਹ ਉਹ ਵਿਅਕਤੀ ਸੀ, ਉਹਨੇ ਉਹਨਾਂ ਦੀ ਸੁਣ ਕੇ ਫਟਾਫਟ ਜਵਾਬ ਨਹੀਂ, ਉਹਨੇ ਸੁਣਿਆ, ਸਮਝਿਆ। ਫਿਰ ਜੋ ਲਿਖਣ ਦਾ ਥੱਲੇ ਕੰਮ ਹੈ, ਜੋ ਲਿਖ ਰਿਹਾ ਸੀ, ਇਹ ਬਹੁਤ ਹੀ ਦਿਲਚਸਪ ਕੰਮ ਹੈ। ਅਸੀਂ ਇਸ ਨੂੰ ਯੂਨਾਨੀ ਭਾਸ਼ਾ ਦੇ ਵਿੱਚ ਗ੍ਰਾਫਾਈਨ ਸ਼ਬਦ ਦੇਖਦੇ। ਗ੍ਰਾਫਾਈਨ ਸ਼ਬਦ ਦਾ ਮਤਲਬ, ਜਿਸ ਦਾ ਮਤਲਬ ਹੈ ਕਿ ਕਿਸੇ ਦੇ ਵਿਰੁੱਧ ਉਸ ਦਾ ਅਭਿਲੇਖ ਲਿਖਣਾ। ਯਿਸੂ ਮਸੀਹ ਜ਼ਮੀਨ ਦੇ ਵਿੱਚ ਲਿਖ ਰਿਹਾ ਸੀ, ਤੇ ਜਦੋਂ ਲਿਖ ਰਿਹਾ ਸੀ ਉਹ ਫੇਰ ਪੁੱਛ ਰਹੇ ਸੀ ਕਿ ਤੂੰ ਕੀ ਆਖਦਾ। ਤਦ ਉਸਨੇ ਖੜੇ ਹੋ ਕੇ ਕੋਈ ਉੱਤਰ ਦਿੱਤਾ। ਪਹਿਲਾ ਪੱਥਰ ਉਹ ਮਾਰੇ
ਜਿਹਨੇ ਕੋਈ ਪਾਪ ਨਾ ਕੀਤਾ ਹੋਵੇ। ਇੱਥੇ ਮੈਂ ਇੱਕ ਚੀਜ਼ ਦੇਖਦਾ ਹਾਂ, ਇਹ ਔਰਤ ਸਜ਼ਾ ਦੇ ਯੋਗ ਸੀ, ਇਹ ਔਰਤ ਮਾਰੇ ਜਾਣ ਦੇ ਯੋਗ ਸੀ। ਇਸ ਦੇ ਉੱਤੇ ਦੋਸ਼ ਤੈਅ ਹੋ ਚੁੱਕਾ ਸੀ, ਕਿਉਂਕਿ ਇਹ ਠੀਕ ਜਨਾਹ ਦੇ ਸਮੇਂ ਫੜੀ ਗਈ ਸੀ। ਔਰ ਜਿਹੜਾ ਗੁਨਾਹ ਦੇ ਵਿੱਚ ਫੜਿਆ ਜਾਵੇ ਉਹ ਦੁਖੀ ਹੁੰਦਾ ਹੈ, ਉਹ ਖੁਸ਼ ਨਹੀਂ ਹੁੰਦਾ। ਔਰ ਉਹ ਆਪਣੇ ਜੀਵਨ ਦੇ ਵਿੱਚ ਸੋਚਣ ਲੱਗ ਜਾਂਦਾ ਹੈ ਕਿ ਹੁਣ ਮੇਰਾ ਕੀ ਬਣੇਗਾ, ਮੈਂ ਕਿੱਦਾਂ ਬਚਾਂਗਾ, ਮੇਰਾ ਬਚਾਅ ਕਿੱਥੋਂ ਹੋਵੇਗਾ। ਔਰ ਸ੍ਰਿਸ਼ਟੀਕਰਤਾ ਦੇ ਅੱਗੇ ਉਹ ਨਿਆਂ ਦੇ ਲਈ ਖੜੀ ਹੈ। ਸ੍ਰਿਸ਼ਟੀਕਰਤਾ ਉਹਨੂੰ ਨਿਆਂ ਦੇ ਸਕਦਾ ਹੈ। ਪਰ ਇੱਥੇ ਮੈਂ ਆਪ ਨੂੰ ਇੱਕ ਗੱਲ ਦੱਸਣਾ ਚਾਹੁੰਦਾ, ਯਹੰਨਾ ਦੀ ਅੰਜੀਲ ਉਸ ਦੇ ਜਦੋਂ 3 ਅਧਿਆਏ ਉਸ ਦੀ 17 ਆਇਤ ਨੂੰ ਪੜ੍ਹਦਾ ਹਾਂ ਤਾਂ ਇਹ ਚੀਜ਼ ਮੈਨੂੰ ਪਰਮੇਸ਼ਵਰ ਦੀ ਵਡਿਆਈ, ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕਰਨ ਦੇ ਲਈ ਬਾਰ-ਬਾਰ ਉਤੇਜਿਤ ਕਰਦੀ ਹੈ, ਉਤੇਜਿਤ ਕਰਦੀ ਹੈ। ਇਸ ਲਈ ਕਿ ਅਜਿਹਾ ਕੰਮ ਇਸ ਧਰਤੀ ਦੇ ਉੱਤੇ ਕਿਸੇ ਵੀ ਈਸ਼ਵਰ ਨੇ ਨਹੀਂ ਕੀਤਾ ਸਿਵਾਏ ਪ੍ਰਭੂ ਯਿਸੂ। ਕੀ ਆਖਦਾ ਹੈ 3:17 ਦੇ ਵਿੱਚ, ਪਰਮੇਸ਼ਵਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ, ਸਗੋਂ ਇਸ ਲਈ ਜੋ ਜਗਤ ਉਹਦੇ ਰਾਹੀਂ ਬਚਾਇਆ ਜਾਵੇ। ਇਹਦੇ ਤੇ ਦੋਸ਼ ਤਾਂ ਸਾਬਿਤ ਹੋ ਚੁੱਕਾ ਸੀ, ਸਜ਼ਾ ਤੈਅ ਸੀ। ਬਾਈਬਲ ਦੇ ਵਿੱਚ ਲਿਖਿਆ ਹੈ ਰੋਮੀਆਂ 6:23 ਦੇ ਵਿੱਚ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਔਰ ਮੌਤ ਉਸ ਉੱਤੇ ਤੈਅ ਸੀ। ਪਰ ਉਹ ਪਰਮੇਸ਼ਰ ਪੁੱਤਰ ਕੋਲ ਆਏ ਇਸ ਔਰਤ ਦਾ ਨਿਆਂ ਲੈ ਕੇ। ਮੇਰਾ ਅਤੇ ਆਪ ਦਾ ਨਿਆਂ ਵੀ ਉਹਦੇ ਕੋਲ ਆਇਆ, ਪਰ ਉਸਨੇ ਕੀ ਕੀਤਾ? ਮੇਰੇ ਅਤੇ ਆਪ ਦੇ ਉੱਤੇ ਪਰਮੇਸ਼ਰ ਦੀ ਦਇਆ, ਪਰਮੇਸ਼ਰ ਦੀ ਦਇਆ, ਉਹ ਦਇਆ ਜਿਹੜੀ ਮੈਨੂੰ ਪਾਪਾਂ ਤੋਂ ਖਿਮਾ ਕਰਦੀ ਹੈ, ਮੈਨੂੰ ਬਚਾਉਂਦੀ ਹੈ, ਉਹ ਪ੍ਰਗਟ ਕੀਤੀ ਗਈ ਹੈ। ਇਹ ਔਰਤ ਜਿਹੜੀ ਦੁੱਖ ਦੇ ਵਿੱਚ ਸੀ, ਜਿਹੜੀ ਸਜ਼ਾ ਦੇ ਅਧੀਨ ਸੀ, ਜਿਹੜੀ ਮਾਰੇ ਜਾਣ ਦੇ ਯੋਗ ਸੀ, ਉਸ ਦੇ ਉੱਤੇ ਸ੍ਰਿਸ਼ਟੀਕਰਤਾ ਪ੍ਰਭੂ ਯਿਸੂ ਮਸੀਹ ਜੋ ਇਸ ਧਰਤੀ ਤੇ ਮਨੁੱਖ ਬਣ ਕੇ ਆਇਆ, ਉਸ ਨੇ ਉਹ ਦਇਆ ਇਸ ਔਰਤ ਦੇ ਉੱਤੇ ਪ੍ਰਗਟ ਕੀਤੀ ਹੈ। ਵਿਵਸਥਾ ਦੇ ਅਨੁਸਾਰ ਵੀ ਉਹ ਮਾਰੇ ਜਾਣ ਦੇ ਯੋਗ ਸੀ। ਵਿਵਸਥਾ ਦੇ ਅਨੁਸਾਰ ਮੈਂ ਵੀ ਉਸ ਸਜ਼ਾ ਦੇ ਅਧੀਨ ਮਾਰੇ ਜਾਣ ਦੇ ਯੋਗ ਸੀ। ਪਰ ਇੱਥੇ ਸ੍ਰਿਸ਼ਟੀਕਰਤਾ ਦੀ ਦਇਆ ਨੂੰ ਅਸੀਂ ਦੇਖਦੇ ਹਾਂ। ਉਹ ਦਇਆ ਕਰਨ ਵਾਲਾ ਪਰਮੇਸ਼ਰ, ਦਇਆ ਦਿਖਾਉਣ ਵਾਲਾ ਪਰਮੇਸ਼ਰ, ਜਿਸ ਨੇ ਉਸ ਦੇ ਉੱਤੇ ਆਪਣੀ ਦਇਆ ਨੂੰ ਪ੍ਰਗਟ ਕੀਤਾ, ਜਿਸ ਨੇ ਉਸ ਦਇਆ ਨੂੰ ਮੇਰੇ ਅਤੇ ਤੁਹਾਡੇ ਉੱਤੇ ਇਸ ਗੱਲ ਦੇ ਨਾਲ ਪ੍ਰਗਟ ਕੀਤਾ ਕਿ ਮੈਂ ਇਸ ਦੇ ਬਦਲੇ ਆਪਣੀ ਜਾਨ ਕਾਲਵਰੀ ਕਰੂਸ ਦੇ ਉੱਤੇ ਦੇਵਾਂ। ਪਿਆਰੋ, ਪ੍ਰਭੂ ਯਿਸੂ ਮਸੀਹ ਜਦੋਂ ਦੇਖਿਆ ਕਿ ਸਾਰੇ ਲੋਕ ਚਲੇ ਗਏ, ਉਹ ਇਕੱਲਾ ਖੜਾ ਰਹਿ ਗਿਆ, ਤਦ ਉਸਨੇ ਉਸ ਨੂੰ ਪੁੱਛਿਆ, ਹੇ ਤਰੀਮਤ, ਤੈਨੂੰ ਕਿਸੇ ਨੇ ਸਜ਼ਾ ਨਹੀਂ ਦਿੱਤੀ? ਉਹਨੇ ਕਿਹਾ ਨਹੀਂ। ਤਦ ਪ੍ਰਭੂ ਯਿਸੂ ਮਸੀਹ ਜੋ ਸਜ਼ਾ ਦੇ ਸਕਦਾ ਸੀ, ਜੋ ਉਸ ਨੂੰ ਮਾਰ ਸਕਦਾ ਸੀ, ਤਦ ਉਸਨੇ ਕੀ ਕਿਹਾ? ਮੈਂ ਵੀ ਤੈਨੂੰ ਸਜ਼ਾ ਨਹੀਂ ਦਿੱਤਾ, ਜਾ ਇਹ ਤੋਂ ਅੱਗੇ ਪਾਪ ਨਾ ਕਰੇ। ਪਿਆਰੋ, ਪ੍ਰਭੂ ਯਿਸੂ ਮਸੀਹ ਅੱਜ ਵੀ ਮੇਰੇ ਪਾਪ ਮਾਫ ਕਰਦਾ ਹੈ। ਅੱਜ ਵੀ ਮੇਰੇ ਲਈ ਉਹ ਪਰਮੇਸ਼ਵਰ ਦੇ ਅੱਗੇ ਸਿਫਾਰਿਸ਼ ਕਰਦਾ ਹੈ। ਕਿਉਂ? ਕਿਉਂਕਿ ਜਦੋਂ ਮੈਂ ਇਬਰਾਨੀਆਂ ਦੀ ਪੁਸਤਕ ਉਸ ਦਾ 7 ਅਧਿਆਏ ਉਸ ਦੀ 25 ਆਇਤ ਨੂੰ ਪੜ੍ਹਦਾ ਹਾਂ ਤਾਂ ਉਸ ਦੇ ਵਿੱਚ ਇਹ ਸ਼ਬਦ ਮੈਨੂੰ ਪ੍ਰਭੂ ਦੇ ਵੱਲੋਂ ਕਹਿੰਦਾ ਹੈ, ਇਸ ਲਈ ਉਹ ਉਹਨਾਂ ਦਾ ਜਿਹੜੇ ਉਸ ਦੇ ਰਾਹੀਂ ਪਰਮੇਸ਼ਰ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸਕਦਾ ਹੈ, ਕਿਉਂ ਜੋ ਉਹ ਉਹਨਾਂ ਦੀ ਸਿਫਾਰਿਸ਼ ਕਰਨ ਨੂੰ ਸਦਾ ਜਿਉਂਦਾ ਹੈ। ਜਿਉਂਦਾ ਪਰਮੇਸ਼ਰ ਹੀ
ਮੇਰੇ ਲਈ ਸਿਫਾਰਿਸ਼ ਕਰ ਸਕਦਾ ਹੈ। ਉਹ ਅੱਜ ਆਪ ਦੇ ਲਈ ਵੀ ਸਿਫਾਰਿਸ਼ ਕਰਨ ਨੂੰ ਤਿਆਰ ਖੜਾ ਹੈ। ਕੀ ਤੁਸੀਂ ਉਸ ਦੇ ਕੋਲ ਆ ਕੇ ਆਪਣੇ ਪਾਪਾਂ ਦੀ ਮਾਫੀ ਬਖਸ਼ਾਉਣੀ ਚਾਹੁੰਦੇ ਹੋ ਤਾਂ ਉਹਦੇ ਕੋਲ ਆਓ ਅਤੇ ਉਸ ਨੂੰ ਕਹੋ, ਪ੍ਰਭੂ ਯਿਸੂ ਮਸੀਹ, ਤੂੰ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਤੂੰ ਮੇਰੇ ਪਾਪੀ ਦੇ ਲਈ ਦਫਨ ਕੀਤਾ ਗਿਆ ਅਤੇ ਮੇਰੇ ਪਾਪੀ ਦੇ ਲਈ ਵਚਨ ਦੇ ਅਨੁਸਾਰ ਤੀਸਰੇ ਦਿਹਾੜੇ ਜੀ ਉੱਠਿਆ। ਮੈਂ ਇਹ ਵਿਸ਼ਵਾਸ ਕਰਦੀ ਹਾਂ। ਹੁਣ ਮੇਰਾ ਜੀਵਨ ਮੇਰਾ ਨਹੀਂ, ਤੇਰਾ ਹੈ। ਮੈਨੂੰ ਆਪਣੀ ਇੱਛਾ ਦੇ ਅਨੁਸਾਰ ਚਲਾ। ਮੰਗਦਾ ਹਾਂ ਮਸੀਹ ਯਿਸੂ ਦੇ ਨਾਮ ਵਿੱਚ, ਆਮੀਨ। ਇੰਨਾ ਕਹਿਣ ਦੇ ਨਾਲ ਮੇਰੇ ਭਾਈ ਅਤੇ ਭੈਣ, ਤੁਸੀਂ ਉਸ ਦੀ ਦਇਆ ਨੂੰ, ਜਿਹੜੀ ਉਸਨੇ ਇਸ ਔਰਤ ਦੇ ਉੱਤੇ ਕੀਤੀ, ਮੈਂ ਤੈਨੂੰ ਸਜ਼ਾ ਨਹੀਂ ਦਿੰਦਾ, ਉਹ ਤੁਹਾਨੂੰ ਵੀ ਸਜ਼ਾ ਨਹੀਂ ਦੇ। ਤੁਸੀਂ ਪਾਪ ਤੋਂ ਮੁਕਤ ਹੋ ਗਏ, ਪਰਮੇਸ਼ਰ ਦੀ ਸੰਤਾਨ ਬਣ ਗਏ ਅਤੇ ਉਸ ਦੀ ਸੰਤਾਨ ਬਣ ਕੇ ਉਸ ਦੇ ਰਾਜ ਦੇ ਵਾਰਿਸ ਬਣ ਗਏ, ਅਧਿਕਾਰੀ ਬਣ ਗਏ। ਇਸ ਕਰਕੇ ਬਾਣੀ ਦੇ ਵਿੱਚ ਲਿਖਿਆ, ਜਿੰਨੇ ਮਸੀਹ ਯਿਸੂ ਵਿੱਚ ਹਨ ਉਹਨਾਂ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ। ਰੋਮੀਆਂ 8:1 ਦੇ ਵਿੱਚ। ਹੁਣ ਜੇ ਅਸੀਂ ਮਸੀਹ ਵਿੱਚ ਹਾਂ ਤਾਂ ਮੇਰੇ ਤੇ ਸਜ਼ਾ ਦਾ, ਕਿਉਂਕਿ ਇਸ ਔਰਤ ਨੂੰ ਵੀ ਸਜ਼ਾ ਨਹੀਂ ਮਿਲੀ ਤਾਂ ਮੈਨੂੰ ਵੀ, ਕਿਉਂਕਿ ਮੇਰੀ ਅਤੇ ਆਪ ਦੀ ਸਜ਼ਾ ਉਸ ਨੇ ਕਲਵਰੀ ਕਰੂਸ ਦੇ ਉੱਤੇ ਲੈ ਲਈ। ਜੇ ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਜ਼ਰੂਰ ਉਸ ਸਜ਼ਾ ਤੋਂ ਮੁਕਤ ਹੋ ਕੇ ਪਰਮੇਸ਼ਰ ਦੀ ਮਹਿਮਾ ਦੇ ਲਈ ਉਸ ਦੇ ਸਦੀ ਵੀ ਆਰਾਮ ਦੇ ਧਾਮ ਦੇ ਵਿੱਚ ਪ੍ਰਵੇਸ਼ ਕਰਕੇ ਹਮੇਸ਼ਾ ਲਈ ਰਾਜ ਕਰਾਂਗੇ। ਪਰਮੇਸ਼ਰ ਅਜਿਹਾ ਕਰਨ ਦੇ ਲਈ ਆਪ ਨੂੰ ਬੁਲਾਉਂਦਾ ਹੈ। ਜੇ ਤੁਸੀਂ ਆ ਚੁੱਕੇ ਹੋ ਤਾਂ ਉਸ ਜਿਉਂਦੀ ਆਸ ਦੇ ਲਈ ਨਿਤ ਪ੍ਰਤੀ ਦਿਨ ਪ੍ਰਾਰਥਨਾ ਅਤੇ ਵਚਨ ਪੜ੍ਹਦੇ ਹੋਏ ਜੀਵਨ ਬਤੀਤ ਕਰੋ, ਤਾਂ ਅਸੀਂ ਉਸ ਪਰਮ ਧਾਮ ਦੇ ਵਿੱਚ ਜਿੱਥੇ ਉਹ ਵਿਰਾਜਮਾਨ ਹੈ ਅਸੀਂ ਪਾਏ ਜਾਵਾਂਗੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ, ਆਪ ਨੂੰ ਆਪਣੇ ਰਾਜ ਦੇ ਵਿੱਚ ਵਧਣ ਦੇ ਲਈ ਬਲ ਦੇਵੇ। ਜੈ ਮਸੀਹ ਦੀ। ਮਾਰਾਨਾਥਾ।